वेलकम टू साइंस क्लास। ਤੁਹਾਨੂੰ ਪਤਾ ਹੈ ਕਿ ਜੇਕਰ ਕੋਈ ਵਸਤੂ ਗਤੀ ਕਰਦੀ ਹੈ ਜਾਂ ਵਾਧਾ ਕਰਦੀ ਹੈ ਤਾਂ ਉਹ ਸਜੀਵ ਹੈ। ਪੌਦੇ ਚੱਲ ਫਿਰ ਨਹੀਂ ਸਕਦੇ, ਪਰ ਤੁਹਾਨੂੰ ਪਤਾ ਹੈ ਕਿ ਪੌਦੇ ਜੀਵਿਤ ਹਨ। ਪੌਦਿਆਂ ਦੀਆਂ ਕੁਝ ਗਤੀਆਂ ਵਾਧੇ ਕਾਰਨ ਹੁੰਦੀਆਂ ਹਨ। ਬੀਜ ਪੁੰਗਰਦਾ ਦੇਖਿਆ, ਸੀਡ ਜਰਮੀਨੇਸ਼ਨ। ਸੋਚੋ ਬੇਟਾ, ਤੁਸੀਂ ਆਪਣੇ ਸਾਇੰਸ ਦੇ ਅਧਿਆਪਕ ਨਾਲ ਐਕਟੀਵਿਟੀ ਕੀਤੀ ਹੈ ਸੀਡ ਜਰਮੀਨੇਸ਼ਨ ਦੀ ਲੋਅਰ ਕਲਾਸਿਸ ਵਿੱਚ, ਯਾਦ ਆਇਆ? ਹਾਂਜੀ, ਜਦੋਂ ਤੁਸੀਂ ਦੇਖਿਆ ਸੀ ਕਿ ਪੌਦਾ ਜਿਹੜਾ ਹੈ ਕੁਝ ਦਿਨਾਂ ਵਿੱਚ ਗਤੀ ਕਰਦਾ ਹੋਇਆ ਮਿੱਟੀ ਨੂੰ ਇੱਕ ਪਾਸੇ ਧੱਕ ਕੇ ਬਾਹਰ ਆ ਜਾਂਦਾ, ਜੜ੍ਹਾਂ ਹੇਠਾਂ ਵੱਲ ਨੂੰ ਅਤੇ ਤਣਾ ਉੱਪਰ ਵੱਲ ਨੂੰ ਗਤੀ ਕਰਦਾ ਹੈ। ਜੇਕਰ ਇਹ ਵਾਧਾ ਰੁਕ ਜਾਵੇ ਤਾਂ ਗਤੀ ਵੀ ਨਾ ਹੋਵੇ। ਜੰਤੂਆਂ ਅਤੇ ਪੌਦਿਆਂ ਦੀਆਂ ਕੁਝ ਗਤੀਆਂ ਵਾਧੇ ਨਾਲ ਸੰਬੰਧਿਤ ਹਨ ਅਤੇ ਕੁਝ ਨਹੀਂ। ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਵਾਤਾਵਰਣ ਵਿੱਚ ਇਹ ਗਤੀਆਂ ਬੜੀ ਸਾਵਧਾਨੀ ਨਾਲ ਕਾਬੂ ਕੀਤੀਆਂ ਜਾਂਦੀਆਂ, ਜਿਵੇਂ ਫੁੱਲਾਂ ਦਾ ਦਿਨ ਸਮੇਂ ਖਿੜਨਾ, ਸ਼ਾਮ ਸਮੇਂ ਮੁਰਝਾਣਾ, ਪੱਤਿਆਂ ਦਾ ਝੜਨਾ, ਫਲਾਂ ਦਾ ਪੱਕਣਾ। ਇਹ ਸਭ ਕੁਝ ਕਿਵੇਂ ਕੰਟਰੋਲ ਕੀਤਾ ਜਾਂਦਾ ਹੈ ਅਤੇ ਇਹਨਾਂ ਵਿੱਚ ਤਾਲਮੇਲ, ਜਿਸ ਨੂੰ ਆਪਾਂ ਕੋਆਰਡੀਨੇਸ਼ਨ ਵੀ ਕਹਿ ਦਿੰਦੇ ਹਾਂ, ਕਿਵੇਂ ਹੁੰਦਾ। ਸੋ ਬੱਚਿਓ, ਅੱਜ ਆਪਾਂ ਤੁਹਾਡੀ 10ਵੀਂ ਕਲਾਸ ਦੇ ਪਾਠ ਕਾਬੂ ਅਤੇ ਤਾਲਮੇਲ, ਕੰਟਰੋਲ ਐਂਡ ਕੋਆਰਡੀਨੇਸ਼ਨ ਦੇ ਅਧੀਨ ਪੌਦਿਆਂ ਵਿੱਚ ਤਾਲਮੇਲ ਕਿਵੇਂ ਹੁੰਦਾ, ਵੱਖ-ਵੱਖ ਗਤੀਆਂ ਕਿਵੇਂ ਹੁੰਦੀਆਂ, ਇਸ ਬਾਰੇ ਪੜ੍ਹਾਂਗੇ। ਹੁਣ ਤੁਸੀਂ ਕਹੋਗੇ, ਗਤੀਆਂ, ਪੌਦੇ ਤਾਂ ਚੱਲ ਫਿਰ ਨਹੀਂ ਸਕਦੇ। ਕਿਸੇ ਪੌਦੇ ਨੂੰ ਚੱਲਦੇ ਦੇਖਿਆ ਤੁਸੀਂ? ਨਹੀਂ। ਚਲੋ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦੀ ਹਾਂ। ਸੂਰਜਮੁਖੀ ਦਾ ਪੌਦਾ, ਹਾਂ ਹੁਣ ਤੁਹਾਨੂੰ ਯਾਦ ਆਇਆ, ਪ੍ਰਕਾਸ਼ ਦੇ ਨਾਲ ਨਾਲ ਉਹ ਗਤੀ ਕਰਦਾ ਹੈ। ਮੈਂ ਇਸੇ ਗਤੀ ਦੀ ਗੱਲ ਕਰ ਰਹੀ ਹਾਂ। ਬੇਟਾ ਦੇਖੋ, ਪੌਦਿਆਂ ਨੇ ਨਾ ਤਾਂ ਸੋਚਣਾ ਨਾ ਸਮਝਣਾ। ਇਹਨਾਂ ਵਿੱਚ ਨਾ ਤਾਂ ਨਾੜੀ ਪ੍ਰਬੰਧ ਹੁੰਦਾ, ਨਾ ਹੀ ਪੇਸ਼ੀਆਂ ਹੁੰਦੀਆਂ। ਦੇਖੋ ਬੇਟਾ, ਪੌਦਿਆਂ ਵਿੱਚ ਨਾ ਤਾਂ ਨਾੜੀ ਪ੍ਰਬੰਧ ਹੈ, ਨਾ ਹੀ ਪੇਸ਼ੀਆਂ। ਜੰਤੂਆਂ ਵਿੱਚ ਨਾੜੀ ਪ੍ਰਬੰਧ ਹੁੰਦਾ, ਜਿਸ ਨੂੰ ਆਪਾਂ ਨਰਵਸ ਸਿਸਟਮ ਕਹਿੰਦੇ ਹਾਂ। ਫਿਰ ਇਹ ਤਾਲਮੇਲ ਕਿਵੇਂ ਬਿਠਾਉਂਦੇ ਆ, ਕਿਵੇਂ ਵਾਧਾ ਕਰਦੇ ਆ, ਇਸ ਬਾਰੇ ਆਪਾਂ ਗੱਲ ਕਰਾਂਗੇ। ਤੁਸੀਂ ਇਸ ਚਿੱਤਰ ਵਿੱਚ ਬੀਜ ਨੂੰ ਪੁੰਗਰਦੇ ਦੇਖ ਰਹੇ ਹੋ। ਬੜੇ ਧਿਆਨ ਨਾਲ ਦੇਖੋ, ਜੜ੍ਹਾਂ ਹੇਠਾਂ ਵੱਲ ਨੂੰ ਗਤੀ ਕਰ ਰਹੀਆਂ ਅਤੇ ਤਣਾ ਉੱਪਰ ਵੱਲ ਨੂੰ ਗਤੀ ਕਰਦਾ। ਤੁਹਾਨੂੰ ਮੈਂ ਇੱਕ ਉਦਾਹਰਨ ਹੋਰ ਦਿੰਦੀ ਹਾਂ। ਛੂਈ ਮੁਈ ਜਾਂ ਲਾਜਵੰਤੀ ਦਾ ਪੌਦਾ ਦੇਖਿਆ? ਜ਼ਰੂਰ ਦੇਖਿਆ ਹੋਵੇਗਾ ਆਪਣੇ ਸਕੂਲ ਵਿੱਚ ਜਾਂ ਆਂਢੀਆਂ ਗੁਆਂਢੀਆਂ ਦੇ। ਜਦੋਂ ਇਸ ਦੀਆਂ ਪੱਤੀਆਂ ਨੂੰ ਟੱਚ ਕਰਦੇ ਹਾਂ ਤਾਂ ਇਹ ਹੇਠਾਂ ਵੱਲ ਨੂੰ ਝੁਕ ਜਾਂਦੀਆਂ। ਦੱਸ ਦੇਵਾਂ, ਇਸ ਗਤੀ ਦਾ ਵਾਧੇ ਦੇ ਨਾਲ ਕੋਈ ਸੰਬੰਧ ਨਹੀਂ। ਇਸੇ ਤਰ੍ਹਾਂ ਆਪਾਂ ਸੀਡ ਜਰਮੀਨੇਸ਼ਨ ਦੀ ਗੱਲ ਕਰ ਰਹੇ ਹਾਂ, ਬੀਜਾਂ ਦਾ ਪੁੰਗਰਨਾ, ਜਿਸ ਵਿੱਚ ਜਿਹੜਾ ਹੈ ਜੜ੍ਹਾਂ ਹੇਠਾਂ ਵੱਲ ਨੂੰ ਗਤੀ ਕਰਦੀਆਂ ਅਤੇ ਤਣਾ ਉੱਪਰ ਵੱਲ ਨੂੰ ਗਤੀ ਕਰਦਾ ਹੈ। ਇਹ ਗਤੀ, ਬੀਜ ਦਾ ਪੁੰਗਰਨਾ ਜਾਂ ਸੀਡ ਜਰਮੀਨੇਸ਼ਨ, ਇਹ ਵਾਧੇ ਦਾ ਸਿੱਟਾ ਹੈ। ਸੋ ਪਿਆਰੇ ਬੱਚਿਓ, ਪੌਦਿਆਂ ਵਿੱਚ ਗਤੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ, ਜੋ ਵਾਧੇ ਉੱਪਰ ਨਿਰਭਰ ਕਰਦੀਆਂ ਅਤੇ ਜੋ ਵਾਧੇ ਉੱਪਰ ਨਿਰਭਰ ਨਹੀਂ ਕਰਦੀਆਂ। ਚਲੋ ਆਪਾਂ ਇਹਨਾਂ ਬਾਰੇ ਗੱਲ ਕਰੀਏ। ਉਹ ਗਤੀਆਂ ਜੋ ਵਾਧੇ ਨਾਲ ਸੰਬੰਧਿਤ ਨਹੀਂ ਹਨ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸੰਵੇਦਨਾ ਪ੍ਰਤੀ ਤੁਰੰਤ ਪ੍ਰਤੀਕਿਰਿਆ, ਇਮੀਡੀਏਟ ਰਿਸਪੌਂਸ ਟੂ ਸਟਿਮੂਲਸ। ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਹੀ ਗਿਆ ਹੋਵੇਗਾ। ਛੂਈ ਮੁਈ ਦਾ ਪੌਦਾ, ਜਿਵੇਂ ਹੀ ਇਸ ਦੇ ਪੱਤਿਆਂ ਨੂੰ ਟੱਚ ਕੀਤਾ ਜਾਂਦਾ ਹੈ, ਇਹ ਮੁਰਝਾ ਜਾਂਦੇ ਆ। ਇਹ ਕਿਵੇਂ ਹੁੰਦਾ? ਇਹ ਪੌਦੇ ਵਿੱਚ ਨਾ ਤਾਂ ਕੋਈ ਨਾੜੀ ਟਿਸ਼ੂ ਹੈ, ਨਾ ਹੀ ਕੋਈ ਪੇਸ਼ੀ ਟਿਸ਼ੂ। ਤਾਂ ਪੌਦਿਆਂ ਨੂੰ ਟੱਚ ਕੀਤੇ ਦਾ ਕਿਵੇਂ ਪਤਾ ਲੱਗਦਾ ਹੈ? ਇੱਕ ਗੱਲ ਹੋਰ ਤੁਸੀਂ ਦੇਖੀ ਹੋਏਗੀ ਕਿ ਪੱਤੇ ਦੇ ਜਿਸ ਭਾਗ ਨੂੰ ਤੁਸੀਂ ਟੱਚ ਕਰਦੇ ਹੋ, ਗਤੀ ਉੱਥੋਂ ਸ਼ੁਰੂ ਨਹੀਂ ਹੁੰਦੀ, ਮਗਰ ਉਹ ਬਿੰਦੂ ਵੱਖ ਹੈ। ਇਸ ਦਾ ਮਤਲਬ ਛੂਹਣ ਦੀ ਸੂਚਨਾ ਤਾਂ ਸੰਚਾਰਿਤ ਹੋਈ ਹੈ, ਉਹ ਵੀ ਬਿਨਾਂ ਕਿਸੇ ਵਿਸ਼ੇਸ਼ ਟਿਸ਼ੂ ਦੇ। ਦੇਖੋ, ਜਿਹੜੀ ਛੂਹਣ ਦੀ ਸੂਚਨਾ ਹੈ ਬੜੀ ਤੇਜ਼ੀ ਨਾਲ ਪੌਦੇ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਦੀ ਹੈ। ਸੋ ਬੱਚਿਓ, ਇਹਨਾਂ ਵਿੱਚ ਸੂਚਨਾ ਜੋ ਹੈ
ਬਿਜਲੀ ਰਸਾਇਣਿਕ ਤਰੰਗਾਂ ਦੁਆਰਾ ਹੁੰਦੀ ਹੈ। ਦੇਖੋ ਜੰਤੂਆਂ ਵਿੱਚ ਤਾਂ ਪੇਸ਼ੀ ਟਿਸ਼ੂ ਹੈ, ਇਹਨਾਂ ਵਿੱਚ ਵਿਸ਼ੇਸ਼ ਪ੍ਰੋਟੀਨ ਮੌਜੂਦ ਹੁੰਦਾ ਹੈ ਜਿਨ੍ਹਾਂ ਦੀ ਮਦਦ ਨਾਲ ਇਹ ਆਪਣੇ ਸਰੀਰ ਦੀ ਗਤੀ ਕਰ ਰਹੇ ਹਨ। ਪਰ ਪੌਦਿਆਂ ਵਿੱਚ ਕੋਈ ਵਿਸ਼ੇਸ਼ ਪ੍ਰੋਟੀਨ ਨਹੀਂ ਹੈ। ਫਿਰ ਇਹ ਕੀ ਕਰਦੇ ਆ, ਛੂਈ ਮੁਈ ਦੇ ਪੱਤੇ ਅੰਦਰੋਂ ਪਾਣੀ ਜਿਹੜਾ ਹੈ ਉਹ ਝੜ ਜਾਂਦਾ ਅਤੇ ਇਹ ਸੁੰਗੜ ਜਾਂਦਾ ਹੈ। ਪਾਣੀ ਦੀ ਮਾਤਰਾ ਜਿਵੇਂ ਹੀ ਦੁਬਾਰਾ ਪੂਰੀ ਹੁੰਦੀ ਹੈ ਇਹ ਫੁੱਲ ਜਾਂਦੇ ਹੈ ਨਾ ਇੰਟਰਸਟਿੰਗ ਗੱਲ। ਇਸ ਨੂੰ ਆਪਾਂ ਕਹਿੰਦੇ ਹਾਂ ਸੰਵੇਦਨਾ ਪ੍ਰਤੀ ਤੁਰੰਤ ਪ੍ਰਤੀਕਿਰਿਆ, ਇਮੀਡੀਏਟ ਰਿਸਪੌਂਸ ਟੂ ਸਟਿਮੂਲਸ। ਇਸ ਨੂੰ ਕਹਿੰਦੇ ਹਾਂ ਇਮੀਡੀਏਟ ਰਿਸਪੌਂਸ ਟੂ ਸਟਿਮੂਲਸ। ਇਸੇ ਤਰ੍ਹਾਂ ਫੁੱਲਾਂ ਦਾ ਖਿਲਣਾ ਅਤੇ ਮੁਰਝਾਉਣਾ ਜਾਂ ਫਿਰ ਹਵਾ ਨਾਲ ਪੱਤਿਆਂ ਦਾ ਹਿੱਲਣਾ, ਇਸ ਤਰ੍ਹਾਂ ਦੀਆਂ ਗਤੀਆਂ ਤੁਰੰਤ ਅਰਥਾਤ ਬਹੁਤ ਤੇਜ਼ੀ ਨਾਲ ਗਤੀ ਕਰਦੀਆਂ। ਹੁਣ ਦੂਸਰੀ ਗਤੀ ਹੈ ਵਾਧੇ ਕਾਰਨ ਪੈਦਾ ਹੋਈ ਗਤੀ, ਮੂਵਮੈਂਟ ਡਿਊ ਟੂ ਗਰੋਥ। ਜਦੋਂ ਪੌਦਿਆਂ ਵਿੱਚ ਵਾਧਾ ਹੁੰਦਾ ਤਾਂ ਉਹ ਵਾਧੇ ਕਾਰਨ ਵੀ ਗਤੀ ਪੈਦਾ ਹੁੰਦੀ ਹੈ, ਕਿਉਂਕਿ ਕੁਝ ਵਾਤਾਵਰਣੀ ਪ੍ਰੇਰਨਾਵਾਂ ਜਿਵੇਂ ਕਿ ਪ੍ਰਕਾਸ਼ ਜਾਂ ਗੁਰੂਤਾ ਪੌਦੇ ਦੇ ਵਾਧੇ ਵਾਲੇ ਭਾਗ ਵਿੱਚ ਦਿਸ਼ਾ ਪਰਿਵਰਤਨ ਕਰ ਦਿੰਦੇ ਹਨ। ਇਹਨਾਂ ਨੂੰ ਦਿਸ਼ਾਵੀ ਜਾਂ ਅਨੁਵਰਤਨੀ ਗਤੀਆਂ ਕਹਿ ਸਕਦੇ ਹਾਂ। ਬੇਟਾ ਇਹਨਾਂ ਗਤੀਆਂ ਨੂੰ ਆਪਾਂ ਨੈਸਟਿਕ ਮੂਵਮੈਂਟਸ ਵੀ ਕਹਿੰਦੇ ਹਾਂ। ਪਲਾਂਟ ਮੂਵਮੈਂਟਸ ਕੈਨ ਆਲਸੋ ਬੀ ਨਾਨ ਡਾਇਰੈਕਸ਼ਨਲ। ਇਹ ਦਿਸ਼ਾਵੀ ਨਹੀਂ ਹੈ, ਇਹ ਰਿਵਰਸਿਬਲ ਹੈ। ਤੁਸੀਂ ਦੇਖੋ ਕਿ ਜਿਹੜਾ ਫੁੱਲਾਂ ਦਾ ਖਿੜਨਾ ਅਤੇ ਮੁਰਝਾਉਣਾ ਉਹ ਬਾਰ-ਬਾਰ ਹੁੰਦਾ ਹੈ, ਰਿਵਰਸ ਕੀਤਾ ਜਾ ਸਕਦਾ ਹੈ। ਇਹ ਗਰੋਥ ਇੰਡੀਪੈਂਡੈਂਟ ਹੈ, ਇਸ ਦਾ ਵਾਧੇ ਦੇ ਨਾਲ ਕੋਈ ਸੰਬੰਧ ਨਹੀਂ ਹੈ, ਜਿਵੇਂ ਓਪਨਿੰਗ ਐਂਡ ਕਲੋਜ਼ਿੰਗ ਆਫ ਫਲਾਵਰ। ਹੁਣ ਆਪਾਂ ਗੱਲ ਕਰਦੇ ਹਾਂ ਮੂਵਮੈਂਟ ਡਿਊ ਟੂ ਗਰੋਥ। ਬੱਚੋ ਤੁਸੀਂ ਦੇਖਿਆ ਹੈ ਮਟਰ ਦੇ ਪੌਦੇ ਕਿਸ ਤਰ੍ਹਾਂ ਕੁਝ ਪੌਦਿਆਂ ਜਾਂ ਵਾੜ ਉੱਤੇ ਤੰਦੜਿਆਂ ਦੀ ਸਹਾਇਤਾ ਨਾਲ ਉੱਪਰ ਚੜ੍ਹਦੇ ਹਨ। ਇਸ ਤਰ੍ਹਾਂ ਦਾ ਦੇਖਿਆ ਕਦੀ ਪੌਦਾ? ਯਾਦ ਕਰੋ, ਤੁਹਾਡੇ ਕਿਚਨ ਗਾਰਡਨ ਵਿੱਚ ਜਦੋਂ ਮਿਡ ਡੇ ਮੀਲ ਵਾਲੇ ਆਂਟੀ ਨੇ ਮਟਰ ਦੇ ਪੌਦੇ ਲਗਾਏ ਤਾਂ ਤੁਸੀਂ ਦੇਖਿਆ ਕਿ ਜਿਹੜੀਆਂ ਤੰਦੜੀਆਂ ਹੈ, ਜਿਨ੍ਹਾਂ ਨੂੰ ਆਪਾਂ ਟੈਂਡਰਲਸ ਵੀ ਕਹਿੰਦੇ ਹਾਂ, ਕਿਸੇ ਵਸਤੂ ਦੇ ਜਿਵੇਂ ਹੀ ਸੰਪਰਕ ਵਿੱਚ ਆਉਂਦੀਆਂ ਹਨ ਵਸਤੂ ਦੇ ਆਲੇ ਦੁਆਲੇ ਲਿਪਟ ਜਾਂਦੀਆਂ ਹਨ। ਹੌਲੀ ਹੌਲੀ ਇੱਕ ਨਿਸ਼ਚਿਤ ਦਿਸ਼ਾ ਵਿੱਚ ਗਤੀ ਕਰਕੇ ਉਤੇਜਨਾ ਪ੍ਰਤੀ ਪ੍ਰਤੀਕਿਰਿਆ ਕਰਦੇ ਹਨ। ਉਤੇਜਨਾ ਪ੍ਰਤੀਕਿਰਿਆ ਇਹ ਕੀ ਹੁੰਦੇ ਹਨ? ਆਓ ਤੁਹਾਨੂੰ ਸਮਝਾਵਾਂ। ਤੁਹਾਡੀ ਮੰਮੀ ਤੁਹਾਨੂੰ ਰੋਟੀ ਖਾਣ ਲਈ ਆਵਾਜ਼ ਲਗਾਉਂਦੀ ਹੈ, ਸੋਨੂੰ ਰੋਟੀ ਖਾ ਲੈ। ਆਇਆ ਮੰਮੀ ਕਹਿ ਕੇ ਜੇ ਤਾਂ ਟੀਵੀ ਦੇਖ ਰਹੇ ਹੋ ਤਾਂ ਦੂਸਰੀ ਤੀਸਰੀ ਆਵਾਜ਼ 'ਚ ਜਵਾਬ ਦਿੰਦੇ ਹੋ ਮੰਮੀ ਨੂੰ, ਨਹੀਂ ਤਾਂ ਤੁਸੀਂ ਨਾਲ ਦੀ ਨਾਲ ਹੀ ਕਹਿੰਦੇ ਹੋ ਆਇਆ ਮੰਮੀ। ਇਹ ਕੀ ਹੈ? ਇਹੀ ਹੈ ਮੰਮੀ ਦਾ ਆਵਾਜ਼ ਲਗਾਉਣਾ, ਉਤੇਜਨਾ, ਅਤੇ ਤੁਹਾਡਾ ਜਵਾਬ ਦੇਣਾ ਪ੍ਰਤੀਕਿਰਿਆ। ਪੌਦਿਆਂ ਦੀਆਂ ਗਤੀਆਂ ਜੋ ਵਾਧੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਦਿਸ਼ਾਵੀ ਜਾਂ ਅਨੁਵਰਤਨੀ ਗਤੀਆਂ ਕਹਿੰਦੇ ਹਨ। ਵਾਧੇ ਨਾਲ ਸੰਬੰਧਿਤ ਗਤੀਆਂ ਦੀਆਂ ਕਿਸਮਾਂ: ਪ੍ਰਕਾਸ਼ ਅਨੁਵਰਤਨੀ ਗਤੀਆਂ। ਪਹਿਲਾ ਹੈ ਜੀ ਪ੍ਰਕਾਸ਼ ਅਨੁਵਰਤਨੀ ਗਤੀਆਂ। ਤੁਸੀਂ ਦੇਖ ਰਹੇ ਹੋ ਕਿ ਪੌਦਾ ਜੋ ਹੈ ਉਹ ਪ੍ਰਕਾਸ਼ ਵੱਲ ਮੁੜ ਰਿਹਾ ਹੈ। ਇਸ ਨੂੰ ਅਸੀਂ ਇੱਕ ਕਿਰਿਆ ਰਾਹੀਂ ਵੀ ਸਿੱਧ ਕਰ ਸਕਦੇ ਹਾਂ। ਜਿਵੇਂ ਇੱਕ ਜਾਰ ਨੂੰ ਪਾਣੀ ਨਾਲ ਭਰੋ, ਉਸ ਦੇ ਮੂੰਹ ਨੂੰ ਜਾਲੀ ਨਾਲ ਢੱਕ ਦਿਓ। ਇੱਕ ਤਾਜ਼ਾ ਪੁੰਗਰ ਦਾ ਬੀਜ ਤਾਰਾਂ ਦੀ ਜਾਲੀ ਉੱਤੇ ਰੱਖ ਦਿਓ। ਜਾਰ ਨੂੰ ਇੱਕ ਬਕਸੇ ਉੱਤੇ ਰੱਖੋ। ਬਕਸੇ ਦਾ ਖੁੱਲ੍ਹਾ ਪਾਸਾ ਖਿੜਕੀ ਵੱਲ ਹੋਵੇ ਜਿਸ ਤੋਂ ਪ੍ਰਕਾਸ਼ ਆ ਰਿਹਾ ਹੋਵੇ। ਇਹ ਕਰਕੇ ਦੇਖਣਾ ਤੁਸੀਂ। 2 ਜਾਂ 3 ਦਿਨ ਬਾਅਦ ਨੋਟ ਕਰੋ ਕਿ ਕਰੁੰਬਲਾਂ ਜੋ ਹੈ ਪ੍ਰਕਾਸ਼ ਵੱਲ ਝੁਕ ਗਈਆਂ ਅਤੇ ਜੜ੍ਹਾਂ ਪ੍ਰਕਾਸ਼ ਤੋਂ ਦੂਰ ਜਾ ਰਹੀਆਂ। ਦੇਖੋ ਬੜੇ ਧਿਆਨ ਨਾਲ, ਬੜਾ ਕਲੀਅਰ ਹੈ। ਦੂਸਰਾ ਹੈ ਜੀ ਭੋ ਅਨੁਵਰਤਨ ਗਤੀਆਂ। ਇਸ ਵਿੱਚ ਪੌਦਿਆਂ ਦੀਆਂ ਜੋ ਜੜ੍ਹਾਂ ਹੈ ਉਹ ਧਰਤੀ ਵੱਲ ਗੁਰਤਵੀ ਖਿੱਚ ਕਾਰਨ ਵਾਧਾ ਕਰਦੀਆਂ ਹਨ। ਜੇਕਰ ਇਹ ਪੌਦਾ ਗਮਲੇ ਵਿੱਚ ਆਪਾਂ ਇੱਕ ਥੋੜ੍ਹੀ ਦੇਰ ਟੇਢਾ ਕਰਕੇ ਰੱਖ ਦਈਏ ਤਾਂ ਅਸੀਂ ਦੇਖਾਂਗੇ ਕਿ ਜੋ ਪੌਦੇ ਦਾ ਤਣਾ ਹੈ ਉਹਦੀ ਦਿਸ਼ਾ ਬਦਲ ਲਈ, ਉਹ ਉੱਪਰ ਵੱਲ ਨੂੰ ਮੁੜ ਗਿਆ ਅਤੇ ਜੜ੍ਹਾਂ ਹੇਠਾਂ ਵੱਲ ਨੂੰ। ਤਣੇ ਦਾ ਉੱਪਰ ਵਧਣਾ ਰਿਣਾਤਮਕ ਭੋ ਅਨੁਵਰਤਨ ਹੈ ਅਤੇ ਜੜ੍ਹਾਂ ਦਾ ਹੇਠਾਂ ਵੱਲ ਨੂੰ ਵਧਣਾ ਧਨਾਤਮਕ ਅਨੁਵਰਤਨ ਹੈ। ਪੋਜ਼ਿਟਿਵ ਅਤੇ ਨੈਗੇਟਿਵ। ਨੈਕਸਟ ਹੈ ਜੀ ਜਲ ਅਨੁਵਰਤਨੀ
ਗਤੀਆਂ। ਹਾਈਡਰੋਟ੍ਰੋਪਿਜ਼ਮ, ਇਸ ਵਿੱਚ ਪੌਦੇ ਦੀਆਂ ਜੜ੍ਹਾਂ ਉੱਪਰ ਵੱਲ ਵਾਧਾ ਕਰਦੀਆਂ ਜਿੱਧਰ ਪਾਣੀ ਦਾ ਸਰੋਤ ਹੋਵੇ। ਰੇਗਿਸਤਾਨ ਵਿੱਚ ਜੜ੍ਹਾਂ ਜਿਹੜੀਆਂ ਹੈ ਪਾਣੀ ਦੀ ਭਾਲ ਵਿੱਚ ਬਹੁਤ ਦੂਰ ਤੱਕ ਚਲੀਆਂ ਜਾਂਦੀਆਂ। ਨੈਕਸਟ ਹੈ ਸਪਰਸ਼ ਅਨੁਵਰਤਨੀ ਗਤੀਆਂ, ਜਿਵੇਂ ਮਟਰ ਦਾ ਪੌਦਾ ਜਾਂ ਘੀਏ ਤੋਰੀ ਦੀ ਵੇਲ ਕਿਸੇ ਸਹਾਰੇ ਵੱਲ ਆਕਰਸ਼ਿਤ ਹੋ ਕੇ ਗਤੀ ਕਰਦੀਆਂ। ਅਤੇ ਇਹ ਤੰਦੜੀਆਂ, ਜਿਹਨੂੰ ਆਪਾਂ ਟੈਂਡਰਲਸ ਕਿਹਾ ਪਹਿਲਾਂ ਵੀ, ਸਪਰਸ਼ ਲਈ ਸੰਵੇਦਨਸ਼ੀਲ ਹੁੰਦੀਆਂ। ਜਦੋਂ ਕਿਸੇ ਵੀ ਸਹਾਰੇ ਦੇ ਸੰਪਰਕ ਵਿੱਚ ਆਉਂਦੀਆਂ ਤਾਂ ਤੰਦੜੀ ਦਾ ਉਹ ਭਾਗ ਵਸਤੂ ਦੇ ਸੰਪਰਕ ਵਿੱਚ ਹੁੰਦਾ ਜੋ ਵਾਧਾ ਨਹੀਂ ਕਰਦਾ, ਜਦਕਿ ਉਹ ਉਨੀ ਤੇਜ਼ੀ ਨਾਲ ਤੰਦੜੀ ਦਾ ਉਹ ਭਾਗ ਜੋ ਵਸਤੂ ਤੋਂ ਪਰੇ ਹੈ ਉਹ ਕਰਦਾ। ਇਸ ਕਾਰਨ ਤੰਦੜੀ ਜੋ ਹੈ ਵਸਤੂ ਦੇ ਆਲੇ ਦੁਆਲੇ ਚਿੰਬੜ ਜਾਂਦੀ ਹੈ। ਇਸ ਨੂੰ ਆਪਾਂ ਕਹਿੰਦੇ ਹਾਂ ਸਪਰਸ਼ ਅਨੁਵਰਤਨੀ ਗਤੀਆਂ। ਮਟਰ ਦੇ ਪੌਦੇ 'ਚ ਹੁੰਦਾ ਘੀਏ ਤੋਰੀ ਦੀ ਵੇਲ ਤੁਸੀਂ ਚੜ੍ਹਦੀ ਦੇਖੀ ਹੈ। ਅਗਲੀ ਕਿਸਮ ਹੈ ਜੀ ਰਸਾਇਣਿਕ ਅਨੁਵਰਤਨੀ ਗਤੀਆਂ। ਇਸ ਵਿੱਚ ਗਤੀ ਕਿਸੇ ਰਸਾਇਣ ਕਾਰਨ ਹੁੰਦੀ ਹੈ। ਕੀਮੋਟ੍ਰੋਪਿਜ਼ਮ, ਇਸ ਦੀ ਇੱਕ ਉਦਾਹਰਨ ਹੈ ਪਰਾਗ ਨਲੀਆਂ ਦਾ ਬੀਜ ਅੰਡ ਵੱਲ ਵਾਧਾ ਕਰਨਾ। ਚਲੋ ਆਪਾਂ ਹੁਣ ਸਾਰੀਆਂ ਮੂਵਮੈਂਟਸ ਨੂੰ ਆਪਾਂ ਰਿਵਾਈਜ਼ ਕਰਦੇ ਹਾਂ। ਟਾਈਪਸ ਆਫ ਟ੍ਰੋਪਿਕ ਮੂਵਮੈਂਟਸ। ਫੋਟੋਟ੍ਰੋਪਿਜ਼ਮ, ਪੌਦਿਆਂ ਦਾ ਪ੍ਰਕਾਸ਼ ਵੱਲ ਗਤੀ ਕਰਨਾ। ਜੀਓਟ੍ਰੋਪਿਜ਼ਮ, ਭੂ ਅਨੁਵਰਤਨ। ਹਾਈਡਰੋਟ੍ਰੋਪਿਜ਼ਮ, ਜਲ ਅਨੁਵਰਤਨ। ਅਤੇ ਕੀਮੋਟ੍ਰੋਪਿਜ਼ਮ, ਜਿਸ ਨੂੰ ਆਪਾਂ ਰਸਾਇਣਿਕ ਅਨੁਵਰਤਨ ਵੀ ਕਹਿੰਦੇ ਹਾਂ। ਫੋਟੋਟ੍ਰੋਪਿਜ਼ਮ ਵਿੱਚ ਤੁਸੀਂ ਦੇਖੋ ਬੈਂਡਿੰਗ ਆਫ ਲਾਈਟ ਟੂਵਰਡਸ ਲਾਈਟ। ਇਸ ਦੀ ਜਿਹੜੀ ਮੂਵਮੈਂਟ ਹੈ ਇਸ ਨੂੰ ਆਪਾਂ ਕਹਾਂਗੇ ਪੋਜ਼ੀਟਿਵ ਫੋਟੋਟ੍ਰੋਪਿਕ, ਜਦਕਿ ਜੜ੍ਹਾਂ ਜਿਹੜੀਆਂ ਹੈ ਉਹ ਨੈਗੇਟਿਵ ਫੋਟੋਟ੍ਰੋਪਿਕ ਹਨ। ਇਸੇ ਤਰ੍ਹਾਂ ਨੈਕਸਟ ਸਲਾਈਡ ਦੇਖੋ ਜੀ। ਜੀਓਟ੍ਰੋਪਿਜ਼ਮ, ਜਿਹੜਾ ਤਣਾ ਹੈ ਉਹ ਨੈਗੇਟਿਵਲੀ ਜੀਓਟ੍ਰੋਪਿਕ ਹੈ ਅਤੇ ਤਣਾ ਜਿਹੜੀਆਂ ਜੜ੍ਹਾਂ ਹੈ ਉਹ ਪੋਜ਼ੀਟਿਵਲੀ ਜੀਓਟ੍ਰੋਪਿਕ ਹਨ। ਹਾਈਡਰੋਟ੍ਰੋਪਿਜ਼ਮ, ਜੜ੍ਹਾਂ ਦਾ ਪਾਣੀ ਵੱਲ ਮੁੜਨਾ। ਤੁਹਾਨੂੰ ਮੈਂ ਐਗਜ਼ਾਮਪਲ ਦਿੱਤੀ ਰੇਗਿਸਤਾਨ ਵਿੱਚ, ਜਿੱਥੇ ਕਈ ਕਿਲੋਮੀਟਰ ਤੱਕ ਜੜ੍ਹਾਂ ਜਿਹੜੀਆਂ ਉਹ ਫੈਲ ਜਾਂਦੀਆਂ ਪਾਣੀ ਦੀ ਭਾਲ ਵਿੱਚ। ਕੀਮੋਟ੍ਰੋਪਿਜ਼ਮ ਜਾਂ ਰਸਾਇਣਿਕ, ਇਸ ਦੀ ਇੱਕ ਬੜੀ ਸੋਹਣੀ ਐਗਜ਼ਾਮਪਲ ਹੈ ਪਰਾਗ ਨਲੀਆਂ ਦਾ ਬੀਜ ਅੰਡ ਵੱਲ ਵਾਧਾ ਕਰਨਾ। ਸੋ ਅਸੀਂ ਜਾਣਿਆ ਕਿ ਜੇਕਰ ਉਤੇਜਨਾ ਲਈ ਤੇਜ਼ ਪ੍ਰਤੀਕਿਰਿਆ ਹੁੰਦੀ ਹੈ ਤਾਂ ਪਰਿਵਰਤਨ ਵੀ ਤੇਜ਼ੀ ਨਾਲ ਹੋਣਾ ਚਾਹੀਦਾ ਹੈ। ਇਸ ਲਈ ਬਿਜਲੀ ਆਵੇਗ ਇੱਕ ਉੱਤਮ ਸਾਧਨ ਹੈ, ਪਰ ਇਸ ਦੀਆਂ ਕੁਝ ਲਿਮਿਟੇਸ਼ਨਸ ਵੀ ਹਨ। ਬੱਚੋ, ਸੈੱਲ ਨਾ ਤਾਂ ਬਿਜਲੀ ਆਵੇਗ ਪੈਦਾ ਕਰ ਸਕਦੇ ਹਨ ਅਤੇ ਨਾ ਹੀ ਸੰਚਾਰਿਤ ਕਰ ਸਕਦੇ ਹਨ। ਜੇਕਰ ਇਹ ਬਿਜਲੀ ਆਵੇਗ ਉਤਪੰਨ ਕਰਨ ਦੀ ਬਜਾਏ ਉਤੇਜਨਾ ਸੈੱਲ ਰਸਾਇਣਿਕ ਯੌਗਿਕ ਛੱਡਣਾ ਸ਼ੁਰੂ ਕਰ ਦੇਣ ਤਾਂ ਇਹ ਯੌਗਿਕ ਆਲੇ ਦੁਆਲੇ ਦੇ ਸਾਰੇ ਸੈੱਲਾਂ ਵਿੱਚ ਫੈਲ ਜਾਏਗਾ। ਜੇਕਰ ਆਲੇ ਦੁਆਲੇ ਦੇ ਸੈੱਲਾਂ ਵਿੱਚ ਕਿਸੇ ਯੌਗਿਕ ਦਾ ਪਤਾ ਲਗਾਉਣ ਦੇ ਸਾਧਨ ਹੋਣ ਤਾਂ ਉਹਨਾਂ ਦੀ ਸਤਹ 'ਤੇ ਮੌਜੂਦ ਅਣੂਆਂ ਦੀ ਪਛਾਣ ਕਰਕੇ ਉਹ ਸੂਚਨਾ ਦੀ ਪਹਿਚਾਣ ਕਰ ਸਕਦਾ ਹੈ। ਜਿਵੇਂ ਤੁਸੀਂ ਲੌਕ ਐਂਡ ਕੀ ਬਾਰੇ ਪੜ੍ਹਿਆ ਕਿ ਕਿਸੇ ਤਾਲੇ ਨੂੰ ਉਸੇ ਦੀ ਹੀ ਚਾਬੀ ਲੱਗਦੀ ਹੈ, ਇਸੇ ਤਰ੍ਹਾਂ ਇਹ ਲੌਕ ਐਂਡ ਕੀ ਹਾਈਪੋਥੇਸਿਸ 'ਤੇ ਕੰਮ ਕਰਦਾ ਹੈ। ਇਸ ਲਈ ਬਹੁਸੈਲੀ ਜੀਵਾਂ ਵਿੱਚ ਕੰਟਰੋਲ ਅਤੇ ਤਾਲਮੇਲ ਲਈ ਰਸਾਇਣਿਕ ਯੌਗਿਕ ਜਾਂ ਹਾਰਮੋਨ ਜੋ ਹੈ ਉਹ ਬੜਾ ਵਧੀਆ ਸਾਧਨ ਹਨ। ਬੇਸ਼ੱਕ ਇਹ ਬੜਾ ਸਲੋ ਪ੍ਰੋਸੈਸ ਹੈ, ਪਰ ਇਹ ਬਿਨਾਂ ਸੂਚਨਾ ਇੱਕ ਭਾਗ ਤੋਂ ਦੂਸਰੇ ਭਾਗ ਤੱਕ ਪਹੁੰਚਦੀ ਹੈ। ਇਹ ਕੰਟਰੋਲ ਐਂਡ ਕੋਆਰਡੀਨੇਸ਼ਨ ਨੂੰ ਲਗਾਤਾਰ ਅਤੇ ਸਥਾਈ ਬਣਾਏ ਰੱਖਦਾ ਹੈ। ਬਹੁਸੈਲੀ ਜੰਤੂਆਂ ਵਿੱਚ ਆਪਾਂ ਇਹਨਾਂ ਨੂੰ ਹਾਰਮੋਨ ਅਤੇ ਪੌਦਿਆਂ ਵਿੱਚ ਇਹਨਾਂ ਨੂੰ ਪੌਦਾ ਹਾਰਮੋਨ ਜਾਂ ਫਾਈਟੋ ਹਾਰਮੋਨਸ ਕਿਹਾ ਜਾਂਦਾ ਹੈ। ਫਾਈਟੋ ਟਰਮਸ ਪਲਾਂਟ ਜਾਂ ਪੌਦਿਆਂ ਲਈ ਵਰਤੀ ਜਾਂਦੀ ਹੈ। ਵੱਖ-ਵੱਖ ਪੌਦਾ ਹਾਰਮੋਨ ਵਾਧੇ, ਗਰੋਥ, ਪੌਦਿਆਂ ਦੀ ਗਰੋਥ, ਵਿਕਾਸ, ਉਹਨਾਂ ਦੀ ਡਿਵੈਲਪਮੈਂਟ ਅਤੇ ਵਾਤਾਵਰਣ ਪ੍ਰਤੀ ਪ੍ਰਤੀਕਿਰਿਆ, ਕੰਟਰੋਲ, ਕੋਆਰਡੀਨੇਸ਼ਨ ਵਿੱਚ ਸਹਾਇਕ ਹੁੰਦੇ ਹਨ। ਇਹ ਜਿੱਥੇ ਬਣਦੇ ਹੈ, ਜਿੱਥੇ ਕਿਰਿਆ ਕਰਦੇ ਹੈ, ਉਹ ਖੇਤਰ ਦੂਰ ਹੁੰਦਾ ਹੈ। ਜਿਵੇਂ ਤੁਸੀਂ ਆਪਣੀ ਸਟੱਡੀ ਜਿੱਥੇ ਪੂਰੀ ਕਰੋਗੇ, ਜੋਬ ਤੁਸੀਂ ਕਿਤੇ ਹੋਰ ਕਰਨ ਜਾਓਗੇ, ਉਸੇ ਤਰ੍ਹਾਂ ਤੁਹਾਡੇ ਕਿਰਿਆ ਦਾ ਖੇਤਰ ਵੱਖ ਹੋਊਗਾ। ਸੋ ਫਾਈਟੋ ਹਾਰਮੋਨਸ ਕੀ ਹੈ? ਵੇਰੀਅਸ ਆਰਗੈਨਿਕ ਕੰਪਾਊਂਡਸ other than nutrients produced by plants that control or regulate germination, growth, metabolism, ਢਾਊ ਸਾਰੂ ਕਿਰਿਆਵਾਂ ਜਿਹਨੂੰ ਆਪਾਂ ਕਹਿੰਦੇ ਹਾਂ other physiological activities।
फाइटो हारमोन्स जिवें मैं तुहानूं दस्सिया पौधा हारमोन्स, इन्हां नूं अजकल रीसेंटली इन्हां नूं ग्रोथ बायोरैगूलेटर्स भी कहा जाता है। पौधा हारमोन सधारण प्रसरण द्वारा क्रिया खेत्र तक पहुँच जाते हैं। प्रसरण डिफ्यूजन ये टर्म सुनी हुई है आप, तुसी अगरबत्ती परफ्यूम नूं कमरे के कोने छिड़क देंदे हो तो सारे कमरे विच उसकी सुगंध फैल जाती है। ये इसी तरह ही काम करता है। पौधा हारमोन जो है ਵੱਖ प्रकार के रसायनिक पदार्थ हैं जो पौधों के वाधे विकास ਅਤੇ तालमेल ਵਿੱਚ सहायता करते हैं। पौधा हारमोन किन्नी तरह के होंगे है? टाइप्स ऑफ फाइटो हारमोन्स। ये बेटा मेन जे आप इन्हों दो कैटेगरी में वंडते हैं, ग्रोथ प्रमोटर्स एंड ग्रोथ इनहिबिटर्स। ग्रोथ प्रमोटर्स विच आ जाते हैं ऑक्सिन, साइटोकाइनिन, जिबलिन्स, ते ग्रोथ इनहिबिटर्स जिहड़े कि वाधा रोकते हैं इथाइलिन ते एब्सिसिक एसिड। बेटा इन्हां दे नाम लिख के एक बारी जरूर लिख के देख लेना। मैनूं उम्मीद है कि हुण तक तुसी अपनी नोटबुक जरूर चक ली होगी तो ये पॉइंट्स नोट करने शुरू करो, इन्हां दे नाम नोट करो। इन्हां हारमोन्स नूं समझण लई आओ आपां एक उदाहरण लैंदे हां। ते जिहड़ी क्रिया आपां पहलां भी कीती है प्रकाश फोटोट्रोपिज्म टाइम आपां कीती है। तुसी देखो कि जदों वाधा करदे पौधे नूं प्रकाश मिलता है तां ऑक्सिन नामक हारमोन क्रुंबलां दे सिरे ते बनदा है। ये सैल की लंबाई विच वाधा करता है। बोटैनिस्ट सीक वेंट उसने 1928 विच ऑक्सिन की खोज की सी। सब तो पहला पौधों विच वक किया जाने वाला ऑक्सिन है IAA इंडोल 3 एस्टिक एसिड। जो पौधे उत्ते एक दिशा तो प्रकाश आ रहा होंदा है तो जो ऑक्सिन है वो शिफ्ट होके छां वाले भाग विच आ जाता है अते पौधा आपां नूं प्रकाश वल मुड़दा होया दिखाई दिंदा है। सो प्यारे बच्चिओ आओ आपां हुण इहदे फंक्शनस बारे पढ़ीए। फंक्शनस ऑफ ऑक्सिन्स ये प्रेजेंट है रूट ते शूट एपिकल टिप ते पाया जाता है। ये फ्लारिंग दे विच मदद करता है, सीड डोरमेंसी नूं ब्रेक करता है। इसका मतलब ये सीड जर्मीनेशन विच मददगार है। सीडलैस फ्रूट अजकल मार्केट विच फ्रूट आ रहे हैं जिहड़े सीडलैस हुंदे, ऑक्सिन उत्थे बड़ा इंपॉर्टेंट रोल प्ले करता है। उन्हां नूं डिवेलप करन विच ऑक्सिन का बड़ा मेजर रोल हुंदा है। नैक्सट हारमोन है बेटा साइटोकाइनिन। एक पौधा हारमोन है, इसनूं सीके दे नाम नाल भी जानिया जाता है। तुसी देखो मोर माइटोसिस मोर सेल्स मोर प्लांट ग्रोथ। ये सैल विभाजन नूं प्रेरित करता है। ये प्लांट ग्रोथ विच सहायक है। जड़ां तने फलां बीज विच पाया जाता है। ये जाइलम दे नाल नाल पौधे दे एक भाग तो दूसरे भाग तक पहुँच जाता है। सब तो पहला कुदरती तौर पर पाया जाने वाला साइटोकाइनिन जिहड़ा सी मक्की दे विच वक किया गया जिसका नाम सी जियाटिन। मक्की का तुहानूं दस देवां बोटैनिकल नाम है जियामेज, तो उसे तो इसका नाम है जियाटिन। इस हारमोन की खास गल है कि ऑक्सिन की एबसेंस विच ये काम नहीं करता। इट मीनस ऑक्सिन्स ते साइटोकाइनिन ये बड़े गुड फ्रेंड्स है। नैक्सट आ गया बेटा जिबलिन या जिबलिक एसिड या जिबलिक तेजाब भी इनू कहा जाता है। ये हारमोन भी ऑक्सिन की तरह ही पौधे के वाधे विच सहायता करता है। मेन ये स्टैम इलोंगेशन विच सहायता करता है। इसकी खोज करोसोवा नाम के विज्ञानी ने 1926 विच कीती सी। याबूता अते हयाशी ने देखा कि धान के पौधों विच कुछ पौधे बाकी पौधों नालों ज़्यादा ही लंबे सी। उन्होंने ये विचों एक फंगस नूं वक किया जिब्रेला फ्यूजिकोरी, जिस तो इसका नाम जिबलिक एसिड पिया। बाकी ये सी डोरमेंसी नूं ब्रेक करता है। फ्लावर ते फ्रूट की डिवेलपमेंट दे विच सहायता करता है। मेन जिहड़ा जिबलिन का फंक्शन है वो है ये स्टैम इलोंगेशन दे विच वाधा करता है। तुसीं इत्थे देख रहे हो नोड्स एंड इंटरनोड्स। नोड्स गंढां ते पोरियां। जे आपां गंढां ते पोरियां बारे जानना होए तां गन्ने दे विच इन्हां नूं बैस्ट जानिया जा सकदा है।
ਦੋ ਗੰਢਾਂ ਦੇ ਵਿਚਕਾਰ ਜਿਹੜੀ ਜਗ੍ਹਾ ਹੁੰਦੀ ਹੈ ਉਸ ਨੂੰ ਆਪਾਂ ਪੋਰੀਆਂ ਕਹਿੰਦੇ ਹਾਂ, ਇੰਟਰਨੋਡਲ ਏਰੀਆ। ਤੇ ਇਹ ਜਿਹੜਾ ਹੈ ਜਿਬਰਲਿਨ ਐਸਿਡ, ਇਹ ਜਿਬਰਲਿਕ ਐਸਿਡ ਜੋ ਹੈ ਇਹ ਸਟੈਮ ਇਲੋਂਗੇਸ਼ਨ ਇੰਟਰਨੋਡ ਪਾਰਟ ਜਿਹੜਾ ਹੈ ਉਸ ਨੂੰ ਇਲੋਂਗੇਟ ਕਰਦਾ ਹੈ। ਨੈਕਸਟ ਹਾਰਮੋਨ ਹੈ ਜੀ ਇਥਾਈਲਿਨ। ਇੱਕ ਐਸਾ ਗੈਸ਼ੀਅਸ ਹਾਰਮੋਨ ਹੈ ਜੋ ਫਲਾਂ ਨੂੰ ਪਕਾਉਣ ਵਿੱਚ ਸਹਾਇਤਾ ਕਰਦਾ ਹੈ। ਜ਼ਰੂਰੀ ਨਹੀਂ ਹੈ ਕਿ ਇੱਕ ਹਾਰਮੋਨ ਇੱਕ ਹੀ ਕੰਮ ਕਰੇ, ਦੋ ਹਾਰਮੋਨ ਮਿਲ ਕੇ ਵੀ ਕੰਮ ਕਰ ਸਕਦੇ ਆ। ਜਿਵੇਂ ਤੁਸੀਂ ਸਕੂਲ ਵਿੱਚ ਬੜੀ ਗਰੁੱਪ ਬਣਾਏ ਸੀ, ਤੁਸੀਂ ਸਾਰੇ ਮਿਲ ਕੇ ਕੰਮ ਕਰਦੇ ਸੀ, ਇੱਕ ਲੀਡਰ ਹੁੰਦਾ ਸੀ, ਇਸੇ ਤਰ੍ਹਾਂ ਇਥਾਈਲਿਨ ਜਿਹੜਾ ਹੈ ਉਹ ਸੀਡ ਡੋਰਮੈਂਸੀ ਨੂੰ ਤੋੜਦਾ, ਫਲਾਵਰਿੰਗ ਵਿੱਚ ਵੀ ਸਹਾਇਤਾ ਕਰਦਾ ਹੈ। ਨੈਕਸਟ ਹੈ ਬੇਟਾ ਅਬਸਿਸਿਕ ਐਸਿਡ। ਇਸ ਨੂੰ ਆਪਾਂ ABA ਵੀ ਕਹਿੰਦੇ ਹਾਂ। ਇਹ ਐਬਸਿਸ਼ਨ ਵਿੱਚ ਇਨਵੋਲਵਡ ਹੈ, ਜਿੱਥੋਂ ਇਸ ਦਾ ਨਾਮ ਆਇਆ ਅਬਸਿਸਿਕ ਐਸਿਡ। ਇਸ ਨੂੰ ਅਬਸਿਸਿਕ ਤੇਜ਼ਾਬ ਵੀ ਕਹਿੰਦੇ ਆ। ਇੱਕ ਵਾਧਾ ਰੋਕਣ ਵਾਲਾ ਹਾਰਮੋਨ ਹੈ। ਪੱਤਿਆਂ ਦਾ ਮੁਰਝਾਣਾ ਇਸ ਵਿੱਚ ਸ਼ਾਮਿਲ ਹੈ। ਹੁਣ ਤੁਸੀਂ ਕਹੋਗੇ ਕਿ ਫਿਰ ਇਹ ਸਾਰਿਆਂ ਦੇ ਤਾਂ ਉਲਟਾ ਕੰਮ ਕਰਦਾ, ਫਿਰ ਇਸ ਦੀ ਲੋੜ ਕਿਉਂ ਪਈ? ਪਰ ਇਹ ਵੀ ਇੰਪੋਰਟੈਂਟ ਹੈ। ਜੇ ਫਰੂਟ ਪੱਕ ਜਾਣਗੇ ਤਾਂ ਇਹਨਾਂ ਦਾ ਪੇੜਾਂ ਤੋਂ ਅੱਡ ਹੋਣਾ ਵੀ ਜ਼ਰੂਰੀ ਹੈ। ਅਤੇ ਜੇ ਗਰੋਥ ਹੀ ਹੋਈ ਜਾਏਗੀ, ਪੌਦੇ ਤੋਂ ਅਲੱਗ ਹੀ ਨਹੀਂ ਹੋਣਗੇ, ਤਾਂ ਪੱਤੇ ਜਿਹੜੇ ਮੁਰਝਾ ਜਾਂਦੇ ਆ ਉਹ ਵੀ ਅੱਡ ਹੋਣਾ ਉਹਨਾਂ ਦਾ ਬਹੁਤ ਜ਼ਰੂਰੀ ਹੈ। ਇਹ ਪੌਦੇ ਦਾ ਐਕਸਕ੍ਰੀਟਰੀ ਪ੍ਰੋਡਕਟ ਹੈ। ਪੱਤਿਆਂ ਦਾ ਝੜਨਾ, ਫਲਾਂ ਦਾ ਪੱਕ ਕੇ ਹੇਠਾਂ ਗਿਰਨਾ, ਇਹ ਵੀ ਬਹੁਤ ਜ਼ਰੂਰੀ ਹੈ। ਸੋ ਤੁਸੀਂ ਦੇਖੋ ਵੀ ਕਿੰਨਾ ਜ਼ਰੂਰੀ ਹੈ ਇਹ ਹਾਰਮੋਨ ਵੀ। ਇੱਕ ਹੋਰ ਦੱਸਾਂ, ਜਿਹੜਾ ਐਬਸਿਸਿਕ ਐਸਿਡ ਹੈ ਇਹ ਡੋਰਮੈਂਸੀ ਬਰਡਸ ਅਤੇ ਸੀਡਸ ਵਿੱਚ ਇੰਪੋਜ਼ ਕਰਕੇ ਰੱਖਦਾ, ਅਤੇ ਜਿਵੇਂ ਜਿਬਰਲਿਨ ਹੈ ਉਹ ਡੋਰਮੈਂਸੀ ਨੂੰ ਬ੍ਰੇਕ ਕਰਦਾ, ਸੁਪਤ ਅਵਸਥਾ ਵਿੱਚ ਰੱਖਦਾ ਉਹਨਾਂ ਨੂੰ। ਆਪਾਂ ਕਹਾਂ ਕਿਵੇਂ? ਮੰਨ ਲਓ ਜਿਵੇਂ ਆਲੂ ਹੈ, ਜੇ ਇਹ ਡੋਰਮੈਂਟ ਨਹੀਂ ਰਹਿਣਗੇ, ਗਰੋ ਕਰਨ ਲੱਗ ਪੈਣਗੇ, ਪੁੰਗਰਨ ਲੱਗ ਪੈਣਗੇ, ਤਾਂ ਫਿਰ ਕੰਮ ਖਰਾਬ ਹੋ ਜਾਏਗਾ। ਪਰ ਅਜਿਹਾ ਨਹੀਂ ਹੁੰਦਾ। ਇੱਥੇ ਐਬਸਿਸਿਕ ਐਸਿਡ ਜਿਹੜਾ ਬਹੁਤ ਵਧੀਆ ਰੋਲ ਪਲੇ ਕਰਦਾ। ਲੀਫ ਅਤੇ ਫਰੂਟ ਐਬਸਿਸ਼ਨ ਫਾਲ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਸਮਝਾਇਆ ਕਿ ਉਹਨਾਂ ਦੇ ਫਾਲ ਦੇ ਵਿੱਚ ਇਹ ਮਦਦਗਾਰ ਹੈ। ਸੀਡ ਨੂੰ ਜਰਮੀਨੇਟ ਨਹੀਂ ਹੋਣ ਦਿੰਦਾ, ਉਸ ਦੀ ਡਿਵੈਲਪਮੈਂਟ ਨੂੰ ਰੋਕਦਾ। ਇੱਕ ਹੋਰ ਮੇਜਰ ਰੋਲ ਹੈ ਅਬਸਿਸਿਕ ਐਸਿਡ ਦਾ, ਇਹ ਸਟੋਮੈਟਾ ਦੇ ਓਪਨਿੰਗ ਅਤੇ ਕਲੋਜ਼ਿੰਗ ਵਿੱਚ ਬਹੁਤ ਸਹਾਇਕ ਹੈ। ਮੈਨੂੰ ਉਮੀਦ ਹੈ ਕਿ ਜਿਹੜੇ ਤੁਸੀਂ ਹੁਣ ਕੀ ਕਰੋਗੇ, ਜਿਹੜੇ 5 ਸਟਿਮੂਲਸ ਆਪਾਂ ਪੜ੍ਹੇ ਹੈ ਉਹਨਾਂ ਨੂੰ ਕਾਪੀ 'ਤੇ ਨੋਟ ਕਰੋਗੇ ਅਤੇ ਆਪਣੇ ਸਾਇੰਸ ਦੇ ਅਧਿਆਪਕ ਸਾਹਿਬਾਨ ਨੂੰ ਸੈਂਡ ਕਰੋਗੇ, ਅਤੇ ਆਪਣੇ ਆਲੇ ਦੁਆਲੇ ਜੋ ਵੀ ਤੁਸੀਂ ਹੁਣ ਦੇਖੋਗੇ, ਪੌਦਿਆਂ ਦੀ ਮੂਵਮੈਂਟਸ ਦੇਖੋਗੇ, ਉਹਨਾਂ ਦੀ ਗਤੀ ਦੇਖੋਗੇ, ਉਹਨਾਂ ਦੇ ਵਾਧੇ ਬਾਰੇ ਦੇਖੋਗੇ, ਉਹ ਇੱਕ ਆਪਣੀ ਨੋਟਬੁੱਕ 'ਤੇ ਨੋਟ ਕਰਕੇ ਆਪਣੇ ਸਾਇੰਸ ਦੇ ਅਧਿਆਪਕ ਸਾਹਿਬਾਨ ਨਾਲ ਜ਼ਰੂਰ ਸ਼ੇਅਰ ਕਰੋਗੇ। ਅਤੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜਿਹੜੇ ਇੰਪੋਰਟੈਂਟ ਕੁਐਸਚਨ ਹੈ, ਚਲੋ ਆਪਾਂ ਡਿਸਕਸ ਕਰੀਏ, ਰੀਕੈਪਚੂਲੇਟ ਕਰਦੇ ਹਾਂ ਆਪਾਂ ਇਸ ਚੈਪਟਰ ਨੂੰ, ਕਿ ਕੋਆਰਡੀਨੇਸ਼ਨ ਜਿਹੜੀ ਹੈ ਪਲਾਂਟਸ ਵਿੱਚ ਕਿਵੇਂ ਕੈਰੀਡ ਆਊਟ ਕੀਤੀ ਜਾਂਦੀ ਹੈ। ਪਲਾਂਟਸ ਵਿੱਚ ਜਿਹੜੀ ਕੋਆਰਡੀਨੇਸ਼ਨ ਹੈ, ਪੌਦਿਆਂ ਦੀਆਂ ਗਤੀਆਂ ਉਹ ਤੁਸੀਂ ਕਰੀਆਂ ਹੈ। ਫਾਈਟੋ ਹਾਰਮੋਨਸ ਹੈ ਉਸ ਬਾਰੇ ਪੜ੍ਹਿਆ। ਵਟ ਆਰ ਫਾਈਟੋ ਹਾਰਮੋਨਸ, ਪੌਦਾ ਹਾਰਮੋਨ ਕੀ ਹੁੰਦੇ ਆ ਉਸ ਬਾਰੇ ਤੁਸੀਂ ਦੱਸਣਾ ਹੈ। ਇਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬੜਾ ਇੰਪੋਰਟੈਂਟ ਕੁਐਸਚਨ ਹੈ। ਇਸ ਦੇ ਨਾਲ ਇਸ ਦੇ ਫਾਈਟੋ ਹਾਰਮੋਨਸ ਦੀਆਂ ਟਾਈਪਸ, ਇਹਨਾਂ ਦੇ ਪ੍ਰਕਾਰ ਵੀ ਪੁੱਛੇ ਜਾਂਦੇ ਆ। ਆਕਸਿਨਸ, ਸਾਈਟੋਕਾਈਨਿਨ, ਜਿਬਰਲਿਨ, ਇਥਾਈਲਿਨ, ਐਬਸਿਸਿਕ ਐਸਿਡ। ਟ੍ਰੋਪਿਕ ਮੂਵਮੈਂਟਸ ਜਿਹੜੀਆਂ ਹੈ ਨੈਸਟਿਕ ਮੂਵਮੈਂਟਸ ਤੋਂ ਕਿਵੇਂ ਡਿਫਰੈਂਟ ਹਨ। ਗਤੀਆਂ ਜਿਹੜੀਆਂ ਵਾਧੇ ਨਾਲ ਸੰਬੰਧਿਤ ਹਨ ਅਤੇ ਵਾਧੇ ਨਾਲ ਸੰਬੰਧਿਤ ਨਹੀਂ ਹਨ, ਉਸ ਬਾਰੇ ਤੁਸੀਂ ਦੱਸਣਾ। ਇੰਪੋਰਟੈਂਟ ਕੁਐਸਚਨ ਹੈ ਇਹ ਵੀ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਹੁਣ ਤੁਸੀਂ ਇਹ ਪਿਕਚਰ ਦੇਖੋ, ਇਸ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਮੂਵਮੈਂਟ ਨਜ਼ਰ ਆ ਰਹੀ ਹੈ। ਆਪਾਂ ਬੜੀ ਚੰਗੇ ਤਰੀਕੇ ਨਾਲ ਕਰਿਆ, ਬੜੇ ਧਿਆਨ ਨਾਲ ਦੇਖੋ ਇਸ ਚਿੱਤਰ ਨੂੰ। ਤੁਸੀਂ ਦੇਖੋ, ਯਾਦ ਆਇਆ ਕੁਛ? ਆਪਾਂ ਰਿਵਾਈਜ਼ ਕੀਤਾ, ਟ੍ਰੋਪਿਕ ਮੂਵਮੈਂਟਸ ਕੀਤੀਆਂ ਹੈ, ਫੋਟੋਟ੍ਰੋਪਿਜ਼ਮ, ਜਿਓਟ੍ਰੋਪਿਜ਼ਮ, ਹਾਈਡਰੋਟ੍ਰੋਪਿਜ਼ਮ, ਕੀਮੋਟ੍ਰੋਪਿਜ਼ਮ ਕੀਤੀ ਆਪਾਂ। ਹਾਂ, ਇਹ ਫੋਟੋਟ੍ਰੋਪਿਜ਼ਮ ਹੈ। ਨੇਮ ਵਨ ਗਰੋਥ ਇਨਹਿਬਿਟਿੰਗ ਹਾਰਮੋਨ। ਇਹ ਜੋ ਹੈ ਕਿਹੜਾ ਹਾਰਮੋਨ ਹੈ? ਸੋਚੋ ਬੇਟਾ, ਜਵਾਬ ਦਿਓ। ਐਬਸਿਸਿਕ ਐਸਿਡ। ਹੁਣ ਇੱਕ ਗੈਸ਼ੀਅਸ ਹਾਰਮੋਨ ਦਾ ਨਾਮ ਦੱਸੋ। ਇੱਕੋ ਹੀ ਹੈ ਗੈਸ਼ੀਅਸ ਹਾਰਮੋਨ ਜਿਹੜਾ ਆਪਾਂ ਪੜ੍ਹਿਆ, ਜਿਹੜਾ ਕਿ ਫਲਾਂ ਦੇ ਪਕਣ ਵਿੱਚ ਵੀ ਸਹਾਇਕ ਹੈ।
याद आया कुछ? ਆਪਾਂ ਹੁਣ ਚੈप्टर ਦੀ ਰਿਵੀਜ਼ਨ ਕਰ ਰਹੇ ਹਾਂ। ਕਿਹੜਾ ਹਾਰਮੋਨ ਹੈ? ਹਾਂਜੀ, ਇਥਾਈਲਿਨ ਹਾਰਮੋਨ ਹੈ। ਨੈਕਸਟ ਆ ਗਿਆ ਜੀ ਮਲਟੀਪਲ ਚੋਇਸ ਕੁਐਸਚਨਸ ਹੈ ਤੁਹਾਡੇ ਵਾਸਤੇ। ਮੈਨੂੰ ਉਮੀਦ ਹੈ ਕਿ ਇਹ ਟੌਪਿਕ ਤੁਹਾਨੂੰ ਸਮਝ ਆ ਗਿਆ ਹੋਵੇਗਾ ਅਤੇ ਹੁਣ ਮਲਟੀਪਲ ਚੋਇਸ ਕੁਐਸਚਨਸ ਜਿਹੜੇ ਹੈ ਉਹ ਤੁਹਾਨੂੰ ਅਟੈਂਪਟ ਕਰਨੇ ਬੜੇ ਈਜ਼ੀ ਹੋ ਜਾਣਗੇ। ਫਸਟ ਹੈ ਬੇਟਾ, ਪਲਾਂਟ ਹਾਰਮੋਨ ਰਿਲੇਟਡ ਵਿਦ ਇਨਹਿਬਿਸ਼ਨ ਆਫ ਸੈਨੇਸੈਂਸ। ਫਸਟ ਆਪਸ਼ਨ ਹੈ ਇਥਾਈਲਿਨ, ਜਿਹੜਾ ਗੈਸ਼ੀਅਸ ਹਾਰਮੋਨ ਹੈ, ਇਹ ਫਲਾਂ ਦੇ ਪਕਣ ਵਿੱਚ ਸਹਾਇਕ ਹੈ। ਅਬਸਿਸਿਕ ਐਸਿਡ, ਇਹ ਤਾਂ ਸੈਨੇਸੈਂਸ ਕਰਦਾ ਹੈ। ਬ੍ਰੋਮਿਕ ਐਸਿਡ ਅਤੇ ਜਿਬਲਿਕ ਐਸਿਡ, ਜਿਹਨੂੰ ਆਪਾਂ GA ਦੇ ਨਾਮ ਨਾਲ ਵੀ ਲਿਖਦੇ ਹਾਂ। ਹਾਂਜੀ, ਇਸ ਦਾ ਉੱਤਰ ਦਿਓ ਤੁਸੀਂ। ਆਪਣੀ ਕਾਪੀ 'ਤੇ ਨੋਟ ਕਰੋ ਇਹ ਕੁਐਸਚਨ, ਅਤੇ ਇਹ ਜਿਹੜੀ ਕਰੈਕਟ ਆਪਸ਼ਨ ਹੈ ਉਹ ਦੇਖੋ ਤੁਸੀਂ ਕਿਹੜੀ ਹੈ। ਬਿਲਕੁਲ ਠੀਕ, D, ਜਿਬਲਿਕ ਐਸਿਡ। ਸੈਕਿੰਡ ਹੈ ਜੀ, ਐਪੀਕਲ ਡੋਮੀਨੈਂਸ ਇਜ਼ ਕਾਜ਼ਡ ਬਾय ऑक्सिन्स, ਜਿਬਲਿਕ ਐਸਿਡ, ਅਬਸਿਸਿਕ ਐਸਿਡ ਅਤੇ ਸਾਈਟੋਕਾਈਨਿਨਸ। ਜਿਹੜੀ ਐਪੀਕਲ ਡੋਮੀਨੈਂਸ ਕਰਦਾ ਹੈ, ਸ਼ੂਟ ਅਤੇ ਰੂਟ ਦੇ ਟਿਪ ਦੇ ਐਪੀਕਲ ਜਿਹੜੇ ਪਾਰਟਸ ਹੈ ਉਹਨਾਂ ਨੂੰ ਵਾਧੇ ਵਿੱਚ ਸਹਾਇਕ ਹੈ। ਕਿਹੜਾ ਹਾਰਮੋਨ ਹੈ ਉਹ? ਹਾਂਜੀ, ऑक्सिन। नेक्स्ट है बेटा, हायर कंसनट्रेशन ऑफ इथाइलिन इज फाउंड इन ग्रीन बनाना, राइप बनाना, फ्रैश पोटैटो ट्यूबर ते ग्रीन एप्पल। ग्रीन बनाना रॉ होएगा ये तो। ਆਪਾਂ ਪੜ੍ਹਿਆ ਕਿ ਇਥਾਈਲਿਨ ਜਿਹੜੀ ਗੈਸ ਹੈ ਉਹ ਫਲਾਂ ਦੇ ਪਕਣ ਵਿੱਚ ਸਹਾਇਕ ਹੈ। ਫਿਰ ਇਹਦਾ ਆਨਸਰ ਹੋਏਗਾ ਰਾਈਪ ਬਨਾਨਾ। ਵਿਚ ਆਫ ਦ ਫੋਲੋਇੰਗ ਟਰਮਸ denote the movement of root of plant towards moisture? moisture means ਇਹ ਪਾਣੀ ਨਾਲ ਰਿਲੇਟਡ ਹੈ। ਫਸਟ ਆ ਗਿਆ ਕੀਮੋਟ੍ਰੋਪਿਜ਼ਮ। ਕੀਮੋਟ੍ਰੋਪਿਜ਼ਮ ਹੈ ਜੀ ਰਸਾਇਣਿਕ ਜਿਹੜਾ ਅਨੁਵਰਤਨ ਹੈ। ਇਹ ਤਾਂ ਨਹੀਂ ਹੋ ਸਕਦਾ। ਥਿਗਮੋ ਟੱਚ ਨਾਲ ਰਿਲੇਟਡ ਹੈ। ਜੀਓਟ੍ਰੋਪਿਜ਼ਮ ਪੋ ਅਨੁਵਰਤਨ ਹੈ, ਜਦੋਂ ਜੜ੍ਹਾਂ ਹੇਠਾਂ ਵੱਲ ਨੂੰ ਗਤੀ ਕਰਦੀਆਂ, ਇਹ ਉਸ ਨਾਲ ਸੰਬੰਧਿਤ ਹੈ। ਫਿਰ ਕਿਹੜਾ ਹੋਇਆ? ਇਹ ਹੈ ਜੀ ਹਾਈਡਰੋਟ੍ਰੋਪਿਜ਼ਮ। ਲਾਸਟ ਹੈ ਜੀ ਬੈਂਡਿੰਗ ਆਫ ਸ਼ੂਟ ਆਫ ਪਲਾਂਟ ਇਨ ਰਿਸਪੌਂਸ ਟੂ ਲਾਈਟ ਇਜ਼ ਕਾਲਡ ਫੋਟੋਟ੍ਰੋਪਿਜ਼ਮ, ਕੀਮੋਟ੍ਰੋਪਿਜ਼ਮ, ਹਾਈਡਰੋਟ੍ਰੋਪਿਜ਼ਮ ਐਂਡ ਜੀਓਟ੍ਰੋਪਿਜ਼ਮ। ਇਹ ਹੈ ਜੀ ਲਾਈਟ। ਕੀਮੋ ਤਾਂ ਬੇਟਾ ਰਸਾਇਣਾਂ ਨਾਲ ਸੰਬੰਧਿਤ ਹੈ, ਹਾਈਡਰੋਟ੍ਰੋਪਿਜ਼ਮ ਪਾਣੀ ਨਾਲ ਸੰਬੰਧਿਤ ਹੈ, ਜੀਓ ਭੂ ਅਨੁਵਰਤਨ ਹੈ, ਫੋਟੋਟ੍ਰੋਪਿਜ਼ਮ ਜਿਹੜੀ ਹੈ ਉਹ ਲਾਈਟ ਨਾਲ। ਇਸ ਦਾ ਆਨਸਰ ਹੋਏਗਾ ਏ, ਫੋਟੋਟ੍ਰੋਪਿਜ਼ਮ। ਸੋ ਹੁਣ ਕਲੀਅਰ ਹੋ ਗਿਆ। ਆਪਣੇ ਕੋਲ ਟ੍ਰੋਪਿਕ ਮੂਵਮੈਂਟਸ ਹੈ ਫੋਟੋਟ੍ਰੋਪਿਜ਼ਮ, ਜੀਓਟ੍ਰੋਪਿਜ਼ਮ, ਹਾਈਡਰੋਟ੍ਰੋਪਿਜ਼ਮ ਐਂਡ ਕੀਮੋਟ੍ਰੋਪਿਜ਼ਮ। ਫੋਟੋਟ੍ਰੋਪਿਜ਼ਮ ਤਣੇ ਦਾ ਪ੍ਰਕਾਸ਼ ਵੱਲ ਮੁੜਨਾ, ਜੀਓਟ੍ਰੋਪਿਜ਼ਮ ਜੜ੍ਹਾਂ ਦਾ ਧਰਤੀ ਵੱਲ ਨੂੰ ਮੁੜਨਾ, ਹਾਈਡਰੋਟ੍ਰੋਪਿਜ਼ਮ ਜੜ੍ਹਾਂ ਦਾ ਪਾਣੀ ਵੱਲ ਵਾਧਾ ਕਰਨਾ, ਅਤੇ ਕੀਮੋਟ੍ਰੋਪਿਜ਼ਮ ਜਿਹੜਾ ਹੈ ਉਹ ਕਿਸੇ ਰਸਾਇਣਿਕ ਕਾਰਨ ਗਤੀ ਹੋਣਾ। ਆਪਾਂ ਇੱਕ ਵਾਰੀ ਫਾਈਟੋ ਹਾਰਮੋਨਸ ਵੀ ਰਿਵਾਈਜ਼ ਕਰ ਲੈਂਦੇ ਹਾਂ, ਕਿਉਂਕਿ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਹੈ। ਗਰੋਥ ਪ੍ਰਮੋਟਰਸ ਐਂਡ ਗਰੋਥ ਇਨਹਿਬਿਟਰਸ। ਗਰੋਥ ਪ੍ਰਮੋਟਰਸ ਵਿੱਚ ਆ ਗਏ ऑक्सिन्स, ਸਾਈਟੋਕਾਈਨਿਨ, ਜਿਬਲਿਨ, ਅਤੇ ਗਰੋਥ ਇਨਹਿਬਿਟਰਸ ਵਿੱਚ ਆ ਜਾਂਦੇ ਹੈ ਇਥਾਈਲਿਨ ਅਤੇ ਅਬਸਿਸਿਕ ਐਸਿਡ। ਆਪਾਂ ਇਹਨਾਂ ਬਾਰੇ ਇਹਨਾਂ ਦੇ ਤੁਹਾਨੂੰ ਮੈਂ ਕਿਹਾ ਸਪੈਲਿੰਗਸ ਜੋ ਹੈ ਉਹ ਲਿਖ ਕੇ ਯਾਦ ਕਰਨਾ, ਅਤੇ ਆਪਣੇ ਸਾਇੰਸ ਦੇ ਅਧਿਆਪਕ ਨਾਲ ਤੁਸੀਂ ਜ਼ਰੂਰ ਸ਼ੇਅਰ ਕਰਨਾ ਹੈ। ਸੋ ਬੇਟਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਚੈਪਟਰ ਹੈ ਕੰਟਰੋਲ ਐਂਡ ਕੋਆਰਡੀਨੇਸ਼ਨ, ਫਾਈਟੋ ਹਾਰਮੋਨਸ ਅਤੇ ਟ੍ਰੋਪਿਕ ਮੂਵਮੈਂਟਸ, ਨੈਸਟਿਕ ਮੂਵਮੈਂਟਸ ਜਿਹੜੀਆਂ ਹੈ ਉਹ ਬਹੁਤ ਅੱਛੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੇਰੇ ਈਮੇਲ ਐਡਰੈਸ 'ਤੇ ਮੈਨੂੰ ਮੇਲ ਕਰ ਸਕਦੇ ਹੋ। ਥੈਂਕ ਯੂ ਬੇਟਾ।